अस्सलाम वालेकुम वीवर्स, वेलकम टू किसान दोस्त। मौजूद वीवर्स, एक बहुत बड़े डेयरी फार्म पर मौजूद हूँ। डेयरी फार्मिंग के हवाले से ये वीडियो नहायत ही मफीद और इन्फॉर्मेटिव है। इस फार्म के अंदर हैं तो बुज़ुर्ग, लेकिन किसी नौजवान और जिद्दत पसंद से कम नहीं। जदीद बुनियादों पर डेयरी फार्मिंग, साइलेज का इस्तेमाल, मिल्किंग मशीन का इस्तेमाल कर रहे हैं। आपसे करता हूं रिक्वेस्ट, वीडियो को लास्ट तक देखें, इंशाल्लाह आपको सीखने को बहुत कुछ मिलेगा। तो चलें इस फार्म के अंदर से करते हैं गुफ्तगू। अस्सलाम वालेकुम जी वालेकुम अस्सलाम। की हाल है बुजुर्गो? बिल्कुल ठीक, अल्लाह दा करम है। तुसी अपनी सुनाओ। खैर बुजुर्गो, अपना नाम दस्यो। मेरे नाम अहमद खान है, अपना इलाका भी दस दियो। जिला हाफजाबाद, नाल छोटा जिहा पिंड मलक वाला। सही। किन्ने जानवर ने इस टाइम फार्म च? इस टाइम साढ़े जानवर ने 101। किन्ने सालों का तजर्बा है अपना? 8 साल का। ਬਜ਼ੁਰਗੋ, ਤੁਹਾਡੇ ਫਾਰਮ ਤੇ ਆ ਕੇ ਦੋ ਗੱਲਾਂ ਬੜੀਆਂ ਚੰਗੀਆਂ ਲੱਗੀਆਂ ਨੇ ਤੇ ਉਹ ਦੋ ਗੱਲਾਂ ਅਸੀਂ ਚਾਹੁੰਦੇ ਹਾਂ ਤੁਸੀਂ ਸਭ ਤੋਂ ਪਹਿਲਾਂ ਸ਼ੇਅਰ ਕਰੋ। ਪਹਿਲਾਂ ਤੇ ਮੱਝਾਂ ਦਾ ਤੇ ਗਾਈਆਂ ਦਾ ਫਾਰਮ ਹੈ, ਤੇ ਮੱਝਾਂ ਦਾ ਇਹੋ ਜਿਹਾ ਫਾਰਮ ਤੇ ਇਹੋ ਜਿਹਾ ਸ਼ੈੱਡ ਡਿਜ਼ਾਈਨ, ਫਿਰ ਮੱਝਾਂ ਦੇ ਅੱਗੇ ਸਾਈਲੇਜ ਵੀ ਪਾਇਆ ਦਾ। ਇਹ ਦੋਨਾਂ ਗੱਲਾਂ ਦੀ ਵਜ਼ਾਹਤ ਕਰੋ ਕਿ ਇਹ ਸ਼ੈੱਡ ਡਿਜ਼ਾਈਨ ਬਣਾਉਣ ਦਾ ਖਿਆਲ ਕਿੱਥੋਂ ਆਇਆ ਸੀ? ਇਹ ਜੀ ਬਸ ਮੇਰਾ ਛੋਟਾ ਭਾਈ ਹੈ, ਉਸ ਨੂੰ ਇੱਕ ਸ਼ੌਕ ਪੈਦਾ ਹੋਇਆ ਇਸ ਚੀਜ਼ ਦਾ। ਜੀ। ਪਹਿਲੇ ਤੋਂ ਵੀ ਅਸੀਂ ਮਾਲ ਡੰਗਰ ਰੱਖਨੇ ਆ, ਸ਼ੁਰੂ ਤੋਂ ਜ਼ਿਮੀਂਦਾਰ ਆ ਜੀ। ਸਾਨੂੰ ਇਸ ਚੀਜ਼ ਦਾ ਬੜਾ ਸ਼ੌਕ ਹੈ। ਉਹਨਾਂ ਫਿਰ ਕਿਧਰੇ ਵੇਖਿਆ ਤਾਂ ਉਹਨਾਂ ਆਖਿਆ ਅਸਾਂ ਸ਼ੈੱਡ ਬਣਾਉਣਾ ਹੈ। ਮੈਂ ਕਿਹਾ ਚੀਜ਼ ਤਾਂ ਫਿਰ ਉਹ ਹੀ ਹੈ, ਚਲੋ ਇਹਦੇ ਵਿੱਚ ਤੁਸੀਂ ਉੱਤੇ ਇਹਦੇ ਸ਼ੈੱਡ ਬਣਾਉਣਾ ਹੈ ਤਾਂ ਬਣਾ ਲਓ ਜੀ। ਉਹਨਾਂ ਨੇ ਫਿਰ 2-3 ਦਿਨ ਵਿਜ਼ਿਟ ਕੀਤਾ ਮੁਖਤਲਿਫ ਸ਼ੈੱਡਾਂ ਦਾ। ਇਹ ਉਹਨਾਂ ਨੂੰ ਪਸੰਦ ਆ ਗਿਆ। ਉਹਨਾਂ ਨੇ ਫਿਰ ਸਭ ਕੁਝ ਮੰਗਾ ਕੇ ਤੇ ਸ਼ੁਰੂ ਕਰ ਦਿੱਤਾ। ਫਿਰ ਅੱਲਾ ਕੀਤਾ ਮੁਕੰਮਲ ਹੋ ਗਿਆ। ਉਸ ਤੋਂ ਬਾਅਦ ਉਹਨਾਂ ਆਖਿਆ ਅਸਾਂ ਗਾਵਾਂ ਪਾਣੀਆਂ ਨੇ। ਮੈਂ ਕਿਹਾ ਠੀਕ ਹੈ, ਪਾ ਲੈਂਦੇ ਹਾਂ। ਅੱਛਾ। ਉਹਨਾਂ ਨੇ ਕਿਹਾ ਅਸਾਂ 200 ਗਾਂ ਪਾਣੀ ਹੈ। ਮੈਂ ਕਿਹਾ 200 ਅਸਾਂ ਨਹੀਂ ਪਾਣੀ, ਅੱਛਾ। ਅਸਾਂ ਗਾਵਾਂ ਪਾਣੀਆਂ ਨੇ 20 ਜਾਂ 25। ਜੀ। ਉਹਨਾਂ ਆਖਿਆ ਨਹੀਂ ਐਸਾ ਨਹੀਂ ਹੋਗਾ। ਮੈਂ ਕਿਹਾ ਅਸਲ ਵਜ੍ਹਾ ਹੈ ਵੇ 20-25 ਪਾएंगे तो उससे आगे चलांगे तो वो बात ठीक है। जी। ਉਹਨਾਂ ਆਖਿਆ ਠੀਕ ਹੈ। ਅਸਾਂ ਫਿਰ 25 ਗਾਵਾਂ ਖਰੀਦ ਲਈਆਂ ਜੀ। ਉਹ ਲਿਆ ਕੇ ਉੱਥੇ ਸ਼ੈੱਡ ਦੇ ਵਿੱਚ ਰੱਖ ਲਈਆਂ। ਉਹਨਾਂ ਦੀ ਸੇਵਾ ਕਰਨ ਲੱਗ ਪਏ। ਅੱਲਾ ਕੀਤਾ ਤੇ ਉਹਦੇ ਵਿੱਚ ਜ਼ਿਆਦਾ ਵੱਛੀਆਂ ਆਉਂਦੀਆਂ ਗਈਆਂ, ਥੋੜ੍ਹੇ ਵੱਛੇ ਆਉਂਦੇ ਗਏ। ਅੱਲਾ ਕੀਤਾ ਅੱਜ ਹੁਣ 8 ਸਾਲ ਤੋਂ ਬਾਅਦ ਸਾਡੀਆਂ ਮਾਸ਼ਾਅੱਲਾ ਗਾਵਾਂ ਜਿਹੜੀਆਂ ਤੁਹਾਡੇ ਸਾਹਮਣੇ 40 ਤੋਂ 45 ਨੇ ਮਾਸ਼ਾਅੱਲਾ। ਸਣੇ ਛੋਟੀਆਂ ਬੱਚੀਆਂ, ਵੱਡੀਆਂ ਵੱਛੀਆਂ ਗਾਵਾਂ। ਉਸ ਤੋਂ ਬਾਅਦ ਜੋ ਫੈਟ LR ਆਉਂਦੀ ਹੈ ਤੁਹਾਡੀ, ਉਹ ਇਹਨਾਂ ਦੀ ਜਰਾ ਕੋਈ ਕੰਮ ਹੁੰਦੀ ਹੈ ਜੀ। ਉਹ ਫਿਰ ਜਦੋਂ ਦੁੱਧ ਵੱਲੋਂ ਵੇਖਿਆ ਤਾਂ ਸੋਚਿਆ ਵੀ ਇਹ ਤਾਂ ਕੁਛ ਵੀ ਨਹੀਂ। ਅੱਛਾ। ਫਿਰ ਅਸਾਂ ਨਾਲ ਮੱਝਾਂ ਸ਼ੁਰੂ ਕਰ ਲਈਆਂ। ਵੈਰੀ ਗੁੱਡ। ਮੱਝਾਂ ਜਦੋਂ ਸ਼ੁਰੂ ਕੀਤੀਆਂ ਤਾਂ ਮੱਝਾਂ ਦੀ ਜਿਹੜੀ ਸੀ ਉਹ ਫੈਟ ਬਹੁਤ ਜ਼ਿਆਦਾ ਹੁੰਦੀ ਹੈ ਜੀ ਬਿਲਕੁਲ। ਤੇ ਜਿਹੜੀਆਂ ਗਾਵਾਂ ਨੇ ਉਹਨਾਂ ਦੀ LR ਅੱਛੀ ਹੁੰਦੀ ਹੈ। ਜੀ। ਉਹ ਫਿਰ ਜਦੋਂ ਦੋਵੇਂ ਮਿਕਸ ਹੋਈਆਂ ਤਾਂ ਉਹ ਜੋ ਦੁੱਧ ਲੈਣ ਵਾਲੇ ਨੇ ਉਹ ਸਿਰ ਫੜ ਕੇ ਖਲੋ ਗਏ। ਉਹਨਾਂ ਆਖਿਆ ਤੁਹਾਡੀਆਂ ਗਾਵਾਂ ਨੇ ਤੇ ਇਤਨੀ ਫੈਟ ਕਿੱਥੋਂ ਆ ਗਈ ਹੈ? ਮੈਂ ਕਿਹਾ ਤੇ ਖੁਦ ਤੁਸੀਂ ਸੋਚੋ ਜੀ। ਜਿਹੜੀਆਂ ਨਾਲ ਤੁਹਾਡੀਆਂ ਮੱਝਾਂ 10 ਚੱਲ ਰਹੀਆਂ ਨੇ, ਫੈਟ ਤੇ ਉਹ ਬਣਾ ਰਹੀਆਂ ਨੇ, ਗਾਵਾਂ ਤੁਹਾਡੀ LR ਦੇ ਰਹੀਆਂ ਨੇ। ਜੀ। ਉਹ ਅੱਲਾ ਕੀਤਾ ਚਲਦਿਆਂ ਅੱਜ ਮਾਸ਼ਾਅੱਲਾ ਅੱਲਾਹ ਤਾਲਾ ਦਾ ਕਰਮ ਤੇ ਸ਼ੁਕਰ ਹੈ ਸਾਡੇ ਡੰਗਰ ਜਿਹੜੇ ਨੇ ਉਹ 101 ਹੋ ਗਿਆ, ਛੋਟਾ ਮੋਟਾ ਮਾਸ਼ਾਅੱਲਾ। ਤੇ ਮੱਝਾਂ ਕਿੰਨੀਆਂ ਦੇ ਵਿੱਚ? ਮੱਝਾਂ ਸਾਡੀਆਂ ਜਿਹੜੀਆਂ ਦੁੱਧ ਦੇਣ ਵਾਲੀਆਂ ਨੇ ਉਹ 3 ਨੇ। ਅੱਛਾ। ਬਾਕੀ ਛੋਟੀਆਂ ਜੋਟੀਆਂ ਨੇ। ਤੇ ਬਜ਼ੁਰਗੋ, ਬੜੀ ਨਵੀਂ ਜੀ ਗੱਲ ਹੈ, ਅਕਸਰ ਜਗ੍ਹਾ ਤੇ ਪੁੱਛੀਦਾ ਲੇਕਿਨ ਲੋਕ ਲਾਜਵਾਬ ਹੋ ਜਾਂਦੇ ਨੇ। ਸਾਈਲੇਜ ਦੀ ਗੱਲ ਕੋਈ ਹਿਤਮੀ ਨਹੀਂ ਦੱਸਦਾ ਪਿਆ, ਹਤਮੀ ਤੌਰ ਤੇ ਸਾਈਲੇਜ ਮੱਝਾਂ ਨੂੰ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ। ਤੁਸੀਂ ਪਾਇਆ ਦਾ, ਤੁਸੀਂ ਦੱਸੋ। ਇਹਦੇ ਵਿੱਚ ਗੱਲ ਇਹ ਵੇ ਸਾਈਲੇਜ ਕੋਈ ਪਾਵੇ ਤਾਂ ਉਹਨੂੰ ਪਤਾ ਹੋਵੇ, ਉਹ ਤੁਹਾਨੂੰ ਦੱਸੇ। ਬਿਲਕੁਲ। ਉਹਦੇ ਵਿੱਚ ਇਹ ਵੇ ਮੱਝਾਂ ਨੂੰ ਸਾਈਲੇਜ ਪਾਉਣਾ ਚਾਹੀਦਾ ਪਰ ਜ਼ਿਆਦਾ ਮਿਕਦਾਰ ਵਿੱਚ ਨਹੀਂ ਪਾਉਣਾ ਚਾਹੀਦਾ। ਇਹਦੇ ਵਿੱਚ ਤੁਸੀਂ ਇਹਨਾਂ ਨੂੰ ਸਾਈਲੇਜ ਦੇਣਾ ਹੈ, 30 ਕਿਲੋ ਸਾਈਲੇਜ ਖਾਂਦੀ ਹੈ ਤਾਂ ਉਹਨੂੰ 20 ਕਿਲੋ ਸਾਈਲੇਜ ਪਾਓ। ਅੱਛਾ। ਨਾਲ 20 ਕਿਲੋ ਜਾਂ ਜਿਹੜਾ 10 ਕਿਲੋ ਹੈ ਉਹ ਉਹਨੂੰ ਨਾਲ ਤੂੜੀ ਤੇ ਸਬਜ਼ ਚਾਰਾ ਉਹ ਦਿਓ। ਇੱਕ ਤਾਂ ਇਹ ਵੇ ਜਾਨਵਰ ਜਿੰਨਾ ਖੁਸ਼ ਹੋਵੇ ਉਨੀ ਉਹਦੀ ਫੈਟ LR ਵੱਧਦੀ ਹੈ। ਦੂਜਾ ਜਿਸਮਾਨੀ ਜਿਹੜੀ ਗਰੋਥ ਹੁੰਦੀ ਹੈ ਉਹ ਜ਼ਿਆਦਾ ਕਰਦਾ ਹੈ। ਤੀਜੇ ਨੰਬਰ 'ਤੇ ਇਹ ਵੇ ਮੱਝਾਂ ਜ਼ਿਆਦਾ ਤੁਹਾਡੀਆਂ ਮੋਟੀਆਂ ਹੋ ਜਾਂਦੀਆਂ ਤਾਂ ਉਹ ਦੁੱਧ ਨਹੀਂ ਉਹਨਾਂ ਦੇਣ ਦੀਆਂ। ਮੱਝਾਂ ਮੋਟੀਆਂ ਜ਼ਿਆਦਾ ਵੀ ਨਾ ਹੋਣ ਤੇ ਲਿੱਸੀਆਂ ਵੀ ਨਾ ਹੋਣ, ਦੋ ਮੱਝੀ ਦੇਣੀਆਂ ਨੇ। ਵੈਰੀ ਗੁੱਡ। ਜਿਹੜੀਆਂ ਜ਼ਿਆਦਾ ਦੁੱਧ ਦੇਣੀਆਂ ਨੇ ਮੱਝੀ ਉਹ ਇਸ ਜ਼ਰੀਏ ਨਾਲ ਦੇਣੀਆਂ ਨੇ। ਅਗਰ ਤੁਸੀਂ ਉਹਨਾਂ ਨੂੰ ਜ਼ਿਆਦਾ ਮੋਟੀਆਂ ਕਰ ਦਿਓਗੇ ਫਿਰ ਵੀ ਦੁੱਧ ਨਹੀਂ ਦੇਣਗੀਆਂ, ਚਰਬੀ ਆ ਜਾਏਗੀ, ਫਿਰ ਵੀ ਦੁੱਧ ਨਹੀਂ ਦੇਣਗੀਆਂ। ਫਿਰ ਵੀ ਨਹੀਂ। ਜੇ ਅਗਰ ਜ਼ਿਆਦਾ ਲਿੱਸੀਆਂ ਆਉਣਗੀਆਂ ਤਾਂ ਉਹਨਾਂ ਦੇ ਵਿੱਚ ਹੀ ਨਹੀਂ ਕੁਛ ਹੋਵੇ ਤਾਂ ਫਿਰ ਵੀ ਉਹ ਦੁੱਧ ਨਹੀਂ ਦੇਣਗੀਆਂ। ਇਸ ਵਾਸਤੇ ਸਾਈਲੇਜ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਬੜੇ ਫਾਇਦੇ ਨੇ। ਜਾਨਵਰ ਜਿਹੜਾ ਤੁਹਾਡਾ ਫਰਜ਼ ਕੀਤਾ ਸਾਲ ਨਵੇਂ ਦੁੱਧ ਨਹੀਂ ਹੁੰਦਾ, ਉਹਦੀ ਵਜ੍ਹਾ ਹੀ ਇਹ ਹੁੰਦੀ ਹੈ ਉਹਨੂੰ ਨਾ ਰਾਜ ਚਾਰਾ ਮਰਜ਼ੀ ਦਾ ਲੱਭਦਾ ਹੈ, ਨਾ ਉਹਦੇ ਜਿਸਮ ਵਿੱਚ ਤਾਕਤ ਤੇ ਗਰਮਿਆਈ ਆਉਂਦੀ ਹੈ, ਨਾ ਉਹ ਨਵਾਂ ਹੁੰਦਾ ਹੈ। ਹੁਣ ਅਸੀਂ ਜਦੋਂ ਵੀ ਮੱਝਾਂ ਜਿਹੜੀਆਂ ਨੇ ਉਹਨਾਂ ਨਵੀਆਂ ਨਹੀਂ ਕਰਾਉਣਾ ਹੁੰਦੀਆਂ, ਸਾਈਲੇਜ ਘੱਟ ਕਰ ਦਿੰਦੇ ਹਾਂ। ਜਦੋਂ ਮੌਸਮੀ ਆਉਂਦਾ ਸਾਈਲੇਜ ਉਹਨਾਂ ਨੂੰ ਪਾਈਦਾ
ਠੀਕ ਮਹੀਨੇ ਬਾਅਦ ਉਹ ਬੋਲਣਾ ਸ਼ੁਰੂ ਹੋ ਜਾਂਦੀਆਂ ਨੇ। ਇਹ ਤੋਂ ਪਤਾ ਲੱਗਾ ਵੀ ਇਹ ਚੀਜ਼ ਤਾਕਤ ਵਾਲੀ ਤੇ ਫਾਇਦੇ ਵਾਲੀ ਹੈ, ਵੈਰੀ ਗੁੱਡ। ਇਹਦੇ ਵਿੱਚ ਨੁਕਸਾਨ ਨਹੀਂ ਹੈ। ਠੀਕ ਬਜ਼ੁਰਗੋ, 8-10 ਸਾਲ ਦਾ ਤਜਰਬਾ ਹੈ ਤੁਹਾਡਾ ਫਾਰਮ ਜਦੋਂ ਸ਼ੁਰੂ ਕੀਤਾ ਸੀ। ਅੱਜ ਤੱਕ ਤੁਹਾਨੂੰ ਕੋਈ ਐਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਜਿਹੜੇ ਲੋਕਾਂ ਨੂੰ ਵੀ ਕਰਨੇ ਪੈਂਦੀਆਂ ਨੇ, ਉਹ ਮਾਯੂਸ ਹੋ ਜਾਂਦੇ ਨੇ, ਤੇ ਤੁਸੀਂ ਕੋਈ ਦੱਸੋ ਐਸੀਆਂ ਗੱਲਾਂ, ਗੁਰ ਦੀਆਂ ਗੱਲਾਂ ਕਿ ਇਹ ਮੁਸੀਬਤਾਂ ਆਉਂਦੀਆਂ ਨੇ ਤੇ ਉਹਨਾਂ ਨਾਲ ਨਿਬੜੀ ਦਾ ਕਿੰਜ? ਉਹਦੇ ਵਿੱਚ ਇਹ ਵੀ ਜਦੋਂ ਤੁਸੀਂ ਸੈਲਾ ਹੀ ਪਾਉਣਾ ਹੈ ਨਾ, ਉਹਦੇ ਨਾਲ ਇੱਕ ਚੀਜ਼ ਦਾ ਖਿਆਲ ਰੱਖਣਾ ਹੈ, ਉਹ ਬਾਦੀ ਹੁੰਦਾ ਹੈ ਥੋੜ੍ਹਾ ਜਿਹਾ, ਉਹਦੇ ਨਾਲ ਜਾਨਵਰਾਂ ਨੂੰ ਤੁਸੀਂ ਮਸਾਲਾ ਦਿੰਦੇ ਰਹੋ 8ਵੇਂ ਦਿਨ 10ਵੇਂ ਦਿਨ, ਤਾਂ ਕਿ ਉਹ ਅਗਰ ਨਾ ਦਿਓ ਦੇ ਸੈਲੇ ਪਾ ਕੇ ਸੌਂ ਜਾਓ ਦੇ ਇੱਕ ਦਿਨ ਆਵੇ ਦਾ ਜਾਨਵਰਾਂ ਦੇ ਥਣ ਖਰਾਬ ਹੋਣੇ ਸ਼ੁਰੂ ਹੋ ਜਾਣ ਦੇ। ਅਗਰ ਤੁਸੀਂ ਉਹਦੇ ਨਾਲ ਉਹਨਾਂ ਨੂੰ ਮਸਾਲਾ ਦਿੰਦੇ ਰਹਿੰਦੇ ਹੋ ਫਿਰ ਉਹ ਫਿੱਟ ਰਹੇ। ਮਸਾਲਾ ਕਿਹੜਾ ਬਜ਼ੁਰਗੋ? ਮਸਾਲਾ ਉਹਦੇ ਵਿੱਚ ਹਰੀ ਮਿਰਚ ਦੇ ਦਿਓ, ਅਦਰਕ ਦੇ ਦਿਓ, ਗੰਢਾ ਦੇ ਦਿਓ। ਇਹ ਜਿਹੜਾ 8ਵੇਂ ਦਿਨ ਇੱਕ ਜਾਨਵਰ ਨੂੰ ਇੱਕ ਮੁੱਠ ਭਰ ਕੇ ਉਹ ਤੁਸੀਂ ਦੇ ਦਿਓ। ਉਸ ਤੋਂ ਬਾਅਦ ਮਿੱਠਾ ਸੋਡਾ ਹੈ, ਉਹ ਤੁਸੀਂ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਨਾਲ ਦਿੰਦੇ ਰਹੋ, ਤੇ ਉਹ ਬਿਲਕੁਲ ਇਹਨਾਂ ਵਾਸਤੇ ਅੱਛਾ ਹੁੰਦਾ, ਲਿਆਰੀਆਂ ਵਾਸਤੇ। ਜਿਹੜੀਆਂ ਮੱਝਾਂ ਤੁਹਾਡੀਆਂ ਗੱਭਣਾ ਜਾਂ ਝੋਟੀਆਂ ਨੇ ਜੀ, ਉਹਨਾਂ ਨੂੰ ਮਸਾਲੇ ਦੀ ਵੀ ਜ਼ਰੂਰਤ ਇਤਨੀ ਨਹੀਂ ਹੈ, ਕਿਉਂ ਜੇ ਉਹ ਜਿਹੜੀ ਮੱਝ ਸੂਣ ਵਾਲੀ ਦੁੱਧ ਦੇਣ ਵਾਲੀ ਹੈ ਉਹਨੂੰ ਮਸਾਲਾ ਜ਼ਰੂਰੀ ਹੈ। ਅੱਛਾ ਬਜ਼ੁਰਗੋ, ਤੁਹਾਡੀਆਂ ਗਾਈਆਂ ਕਿਹੜੀ ਨਸਲ ਦੀਆਂ ਨੇ ਤੇ ਮੱਝਾਂ ਕਿਹੜੀ ਨਸਲ ਦੀਆਂ ਨੇ? ਮੱਝਾਂ ਸਾਡੀਆਂ ਜਿਹੜੀਆਂ ਨੇ ਅਸਾਂ ਆਪਣੀ ਨਸਲ ਇੱਕ ਬਣਾਈ ਏ, ਕੋਈ ਅਸਾਂ ਬਾਹਰੋਂ ਨਹੀਂ ਆਉਂਦੀਆਂ ਜੀ, ਕਿਉਂ ਜੇ ਅੱਛੀ ਨਸਲ ਹੈ ਸਾਡੀ। ਇਹ ਕਹਿ ਲਓ ਜੋ ਸਾਡੇ ਮੁਲਕ ਦੀ ਰਾਵੀ ਦੀਆਂ ਮੱਝੀ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਹੀ ਮੱਝਾਂ ਨੇ। ਮਾਸ਼ਾਅੱਲਾ ਸ਼ੁਕਰ ਅਲਹਮਦੁਲਿਲਾ ਦੁੱਧ ਅੱਛਾ ਦੇਂਦੀਆਂ ਨੇ। ਸਾਡੀ ਮੱਝ ਜਿਹੜੀ ਹੈ ਉਹ 7 ਤੋਂ 8 ਲੀਟਰ ਟਾਈਮ ਦਾ ਦੁੱਧ ਦੇ ਰਹੀ ਹੈ ਮਾਸ਼ਾਅੱਲਾ। ਉਹਦੇ ਵਿੱਚ ਅਸੀਂ ਹੁਣ ਕਵੀ ਅਸਾਂ ਨੀਲੀ ਤੋਂ ਆਉਂਦੀਆਂ ਨੇ, ਰਾਵੀ ਤੋਂ ਆਉਂਦੀਆਂ ਨੇ, ਉਹ ਫਜ਼ੂਲ ਬਾਤ ਹੈ, ਕਿਉਂ ਜੇ ਅਸਾਂ ਆਪਣਾ ਸਾਡਾ ਅੱਛਾ ਰੱਖ ਕੇ ਵਿੱਚ ਤੇ ਆਪਣੀਆਂ ਅੱਛੀਆਂ ਮੱਝਾਂ ਬਣਾਈਆਂ ਨੇ। ਵੈਰੀ ਗੁੱਡ। ਤੇ ਗਾਵਾਂ ਜਿਹੜੀਆਂ ਨੇ ਅਸਾਂ ਸਰਗੋਦੇ ਤੋਂ ਖਰੀਦੀਆਂ ਸਨ, ਜਿਨ੍ਹਾਂ ਨੂੰ ਕਹਿੰਦੇ ਨੇ ਫਰੀਜ਼ੀਅਨ, ਸਾਈਵਾਰ, ਜਰਸੀ ਜੀ। ਉਹ ਗਾਵਾਂ ਆ ਕੇ ਸਾਡੇ ਕੋਲ ਉਹਨਾਂ ਮਾਹੌਲ ਨਹੀਂ ਸਹੀ ਉਹਨਾਂ ਨੂੰ ਲੱਗਾ, ਕੁਛ ਗਾਵਾਂ ਵਿੱਚੋਂ ਮਰ ਗਈਆਂ, ਕੁਝ ਬਚੀਆਂ, ਫਿਰ ਉਹਨਾਂ ਨਾਲ ਅਸਾਂ ਇੱਥੇ ਆਪਣਾ ਵੀ ਸਾਨ ਛੱਡ ਕੇ ਸਾਨ ਤੁਹਾਡੇ ਸਾਹਮਣੇ ਵੀ ਅੱਛੀ ਨਸਲ ਦਾ ਜੀ ਉਹਦੇ ਤੋਂ ਗਾਵਾਂ ਬਣਾਈਆਂ ਨੇ। ਹੁਣ ਸਾਡੀਆਂ ਗਾਵਾਂ ਜਿਹੜੀਆਂ ਨੇ ਕੁਝ ਜਰਸੀ ਨਸਲ ਦੀਆਂ ਨੇ, ਕੁਝ ਫਰੀਜ਼ੀਅਨ ਨਸਲ ਦੀਆਂ। ਅੱਛਾ ਬਜ਼ੁਰਗੋ, ਸ਼ੈੱਡ ਦੀ ਮੁਕੰਮਲ ਥੋੜ੍ਹੀ ਹੋਰ ਗੱਲ ਕਰਾਂਗੇ। ਸ਼ੈੱਡ ਦੀ ਉਚਾਈ ਵਗੈਰਾ, ਲੰਬਾਈ, ਚੌੜਾਈ ਵਗੈਰਾ ਜਾਣਨਾ ਚਾਹਾਂਗੇ ਕਿ ਕਿੰਨੀ ਕੁ ਜਗ੍ਹਾ 'ਤੇ ਛੱਤ ਬਣਾਇਆ ਦਾ ਜੇ? ਇਹ ਜੀ ਤੁਹਾਡੇ ਸਾਹਮਣੇ ਵੀ ਵੇਖ ਲਓ, ਇਹ ਕਮ ਸੇ ਕਮ 200 ਫੁੱਟ ਲੰਬਾਈ ਹੈ ਜੀ, ਤੇ ਚੌੜਾਈ ਜਿਹੜੀ ਹੈ ਉਹ ਹੋਣੀ ਹੈ ਕੋਈ ਇਹਦੀ 100 ਫੁੱਟ। ਅੱਛਾ, ਤੇ ਇਹ ਕਿਹੜਾ ਹਿੱਸਾ ਤੁਸੀਂ ਗਾਈਆਂ ਵਾਸਤੇ ਰੱਖਿਆ ਤੇ ਇਹ ਕਿਹੜਾ ਹਿੱਸਾ ਮੱਝਾਂ ਵਾਸਤੇ ਰੱਖਿਆ? ਅੱਛਾ, ਮੱਝਾਂ ਤੇ ਗਾਈਆਂ ਦਾ ਅਗਰ ਮੁਵਾਜ਼ਨਾ ਕਰਵਾਇਆ ਜਾਏ ਤੁਹਾਡੇ ਕੋਲੋਂ, ਤੁਹਾਡੀ ਮਾਹਿਰਾਨਾ ਰਾਏ ਜਾਂ ਤਜਰਬਾ ਕੀ ਕਹਿੰਦਾ ਹੈ ਕਿ ਮੱਝਾਂ ਦੀ ਫਾਰਮਿੰਗ ਬਿਹਤਰ ਹੈ ਜਾਂ ਗਾਈਆਂ ਦੀ, ਜਾਂ ਸਾਂਝੀ ਚੰਗੀ ਹੈ? ਉਹਦੇ ਵਿੱਚ ਸਾਡੀ ਰਾਇਆ ਹੈ ਵੀ ਜੇ ਤੇ ਅਗਰ ਤੁਸੀਂ ਕੰਟਰੋਲ ਸ਼ੈੱਡ ਬਣਾਉਣਾ ਹੈ ਤਾਂ ਫਿਰ ਤੇ ਗਾਵਾਂ ਜਿਹੜੀਆਂ ਨੇ ਉਹ ਬਿਹਤਰ ਨੇ, ਕਿਉਂ ਜੇ ਗਾਵਾਂ ਦੁੱਧ ਜ਼ਿਆਦਾ ਦਿੰਦੀਆਂ ਨੇ। ਜੇ ਤੁਸੀਂ ਆਮ ਬਣਾਉਣਾ ਹੈ ਲੋਕਲ, ਤੇ ਇਹਦੇ ਵਿੱਚ ਤੁਹਾਡੀਆਂ ਜਿਹੜੀਆਂ ਨੇ ਮੱਝਾਂ ਗਾਵਾਂ ਮਿਕਸ ਹੋਣ ਦੀਆਂ, ਕਿਉਂ ਜੇ ਉਹਦੇ ਵਿੱਚ ਗਾਵਾਂ ਦਾ ਦੁੱਧ ਤੁਹਾਡਾ ਜਿਹੜਾ ਜ਼ਿਆਦਾ ਹੋਵੇਗਾ, ਇਹਨਾਂ ਦੀ ਦੁੱਧ ਦੀ ਪੈਦਾਵਾਰ ਮੱਝਾਂ ਨਾਲੋਂ ਜ਼ਿਆਦਾ ਹੁੰਦੀ ਹੈ। ਮੱਝਾਂ ਦੀ ਪੈਦਾਵਾਰ ਘੱਟ ਹੁੰਦੀ ਹੈ। ਗਾਂ ਅਗਰ 10 ਕਿਲੋ ਦਿੰਦੀ ਹੈ, ਮੱਝ 5 ਕਿਲੋ ਦਿੰਦੀ, ਉਹ ਮਿਕਸ ਕਰ ਲਓ, ਉਹਦਾ ਮੁਆਵਜ਼ਨਾ ਕੱਢੋ, ਪੈਸਿਆਂ ਦਾ ਤੋਂ ਬਰਾਬਰ ਆ ਜਾਂਦੀਆਂ। ਠੀਕ ਹੋ ਗਿਆ। ਤੇ ਇਹ ਸ਼ੈੱਡ ਤੇ ਕੋਈ ਖਰਚੇ ਦਾ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਕੁ ਹੋ ਗਿਆ ਸੀ ਤੁਹਾਡਾ? ਇਹ ਅੰਦਾਜ਼ਾ ਹੈ, ਬਹਰਹਾਲ ਕਨਫਰਮ ਤੇ ਨਹੀਂ, ਕੋਈ 30 ਤੋਂ 40 ਲੱਖ ਤੱਕ ਸਾਡਾ ਇਹਦੇ ਤੇ ਖਰਚਾ ਹੋ ਗਿਆ। ਅੱਛਾ ਬਜ਼ੁਰਗੋ, ਲੇਬਰ ਦਾ ਹਰ ਡੇਅਰੀ ਫਾਰਮ ਤੇ ਬੜਾ ਡਾਢਾ ਮਸਲਾ ਰਹਿੰਦਾ ਹੈ। ਲੋਕ ਚੀਖਾਂ ਮਾਰਦੇ ਨੇ ਕਿ ਲੇਬਰ ਨਹੀਂ ਰਹਿੰਦੀ, ਨਹੀਂ ਟਿਕਦੀ, ਲੇਬਰ ਪਰੇਸ਼ਾਨ ਕਰਦੀ ਹੈ। ਤੁਹਾਡੀ ਲੇਬਰ ਤੁਹਾਡੇ ਨਾਲ ਕੀ ਸਲੂਕ ਕਰਦੀ ਹੈ? ਸਾਡੀ ਲੇਬਰ ਸਾਡੇ ਨਾਲ ਇਹ ਸਲੂਕ ਕਰਦੀ ਹੈ, ਮੈਨੂੰ 8 ਸਾਲ ਹੋ ਗਏ ਨੇ, ਮੈਂ ਉਹ ਸਾਰੇ ਸ਼ੈੱਡ ਬਣਾਇਆ। ਕੁਛ ਤੇ ਮੇਰੇ ਐਸੇ ਬੰਦੇ ਨੇ ਜੋ ਸ਼ੁਰੂ ਤੋਂ ਮੇਰੇ ਨਾਲ ਨੇ, ਮਾਸ਼ਾਅੱਲਾ, ਉਹ ਤੁਹਾਡੇ ਸਾਹਮਣੇ ਨੇ, ਤੁਸੀਂ ਆਪ ਵੀ ਪੁੱਛ ਸਕਦੇ ਹੋ ਕਿਤਨੇ ਸਾਲ ਹੋ ਗਏ ਨੇ। ਇਹਨਾਂ ਨੂੰ 6 ਸਾਲ 7 ਸਾਲ ਮੇਰੇ ਨਾਲ ਹੋ ਗਏ ਨੇ, ਚੱਲਦੇ ਪਏ ਨੇ ਜੀ। ਕੋਈ ਐਸੀ ਮੁਸ਼ਕਲ ਨਹੀਂ ਆਈ ਬਈ ਇਹ ਅੱਜ ਛੱਡੂ ਨੇ ਜਾਊ ਨੇ। ਉਹਦੀ ਵਜ੍ਹਾ ਕੀ ਹੈ ਜੀ, ਉਹ ਸਵਾਲ ਪੈਦਾ ਹੁੰਦਾ ਹੈ। ਉਹਦੀ ਵਜ੍ਹਾ ਇਹ ਬਸ ਫੈਲਾ ਜੇ ਅਸੀਂ ਬਣਾਉਂਦੇ ਹਾਂ, ਬੰਦੇ ਆਜ਼ਾਦ ਨੇ, ਵਿਹਲੇ ਨੇ, ਹੁਣ ਉਹਨਾਂ ਪੱਠੇ ਪਾ ਲਏ ਨੇ, ਗੋਇਆ ਸਾਫ਼ ਕਰ ਲਿਆ, ਸੈਲਾ ਹੀ ਪਾ ਕੇ ਫਿਰ ਉਹ ਫਾਰਗ ਨੇ। ਵੈਰੀ ਗੁੱਡ, ਯਾਨੀ ਕਿ ਆਸਾਨ ਹੈ ਕੰਮ, ਆਸਾਨ। ਅੱਛਾ ਸਰ, ਇਹ ਵੀ ਪੁੱਛਣਾ ਚਾਹਾਂਗਾ ਕਿ ਖਲ ਵੰਡਾ ਕਿਹੜਾ ਪਾਉਂਦੇ ਉਹਨਾਂ ਨੂੰ? ਇਹਦੇ ਵਿੱਚ ਅਸੀਂ ਵੰਡਾ ਮੁਖਤਲਿਫ ਪਾਉਂਦੇ ਰਹੇ ਹਾਂ। ਹੁਣ ਤੇ ਅਸੀਂ ਇਹਨਾਂ ਨੂੰ ਐਨੀਮਲ ਕੇਅਰ ਵੰਡਾ, ਐਨੀਮਲ ਕੇਅਰ, ਬਿਲਕੁਲ ਇਹ ਵੰਡਾ ਪਾਉਂਦੇ ਪਏ। ਇਹ ਵੰਡਾ ਹੁਣ ਅਸੀਂ ਪਾਉਂਦੇ ਹਾਂ ਪਏ, ਕਿਉਂ ਜੇ ਇਹਦਾ ਜਿਹੜਾ ਹੈ ਉਹ ਕਹਿ ਲਓ ਰਿਜ਼ਲਟ ਅੱਛਾ ਹੈ। ਪਹਿਲੇ ਅਸੀਂ ਵੰਡਾ ਦੂਜਾ ਪਾ ਰਹੇ ਸੀ, ਉਹ ਛੋੜ ਕੇ ਅਸਾਂ ਇਹ ਪਾਇਆ, ਤੇ ਉਹਦੇ ਨਾਲੋਂ ਕੋਈ ਤਕਰੀਬਨ ਇੱਕ ਜਾਨਵਰ ਜਿਹੜਾ ਹੈ 2 ਕਿਲੋ ਦਾ ਉਸ ਇਜ਼ਾਫਾ ਕੀਤਾ। ਬਜ਼ੁਰਗੋ, ਔਖਾ ਸਵਾਲ ਪੁੱਛਣ ਲਗਾ, ਰੋਜ਼ ਦਾ ਇੱਕ ਮੱਝ ਤੇ ਇੱਕ ਗਾਂ ਤੇ ਰੋਜ਼ ਦਾ ਇੱਕ ਜਾਨਵਰ ਤੇ ਕਿੰਨਾ ਕੁ ਖਰਚਾ ਆ ਜਾਂਦਾ ਹੈ? ਇਹ ਹੁਣ ਖਰਚਾ ਤੁਸੀਂ ਆਪ ਸਮਝ ਲਓ, ਕਹਿ ਲਓ ਇੱਕ ਜਾਨਵਰ ਨੂੰ ਕਮ ਸੇ ਕਮ ਰੋਜ਼ ਦਾ
4-5 ਕਿਲੋ ਵੰਡਾ ਪਾਈਏ ਤੇ ਉਸ ਤੋਂ ਇਲਾਵਾ ਤੁਹਾਡਾ ਸੈਲੇਜ 3 ਕਿਲੋ ਸੈਲੇਜ ਖਾ ਜਾਂਦੀ ਹੈ ਵੱਡੀ ਜਿਹੜੀ ਮੱਝ ਗਾਂ ਹੈ, ਤੇ ਜਿਹੜਾ ਸਬਜ਼ ਚਾਰਾ ਤੇ ਤੂੜੀ 10 ਕਿਲੋ ਖਾ ਜਾਂਦੀ ਹੈ ਜੀ। ਤਕਰੀਬਨ ਮੇਰਾ ਖਿਆਲ ਹੈ 4 ਤੋਂ 500 ਤੱਕ ਮੇਰਾ ਖਿਆਲ ਹੁੰਦਾ ਹੈ ਜੀ, ਆ ਇੰਨਾ ਖਰਚਾ ਹੋ ਜਾਂਦਾ। ਅੱਛਾ, ਇਹ ਦੱਸੋ ਕਿ ਦੁੱਧ ਦੀ ਕੀਮਤ ਜਾਂ ਰੇਟ ਕੀ ਚੱਲਦਾ ਪਿਆ ਤੁਹਾਡੇ ਇਲਾਕੇ 'ਚ? ਸਾਡੇ ਇਲਾਕੇ 'ਚ ਦੁੱਧ ਦਾ ਬਿਲਕੁਲ ਰੇਟ ਕੋਈ ਨਹੀਂ, ਕੀਮਤ ਕੋਈ ਨਹੀਂ, ਵੱਧ ਤੋਂ ਵੱਧ 70 ਹੈ, ਘੱਟ ਤੋਂ ਘੱਟ 40 ਹੈ, ਇਹ ਰੇਟ ਚੱਲ ਰਿਹਾ ਹੈ। ਜਿਹੜਾ ਮੱਝਾਂ ਦਾ ਦੁੱਧ ਹੈ ਬਿਲਕੁਲ ਉਹਦਾ 70 ਰੁਪਇਆ ਦਿੰਦੇ ਨੇ, ਉਹ ਵੀ 7 ਮਹੀਨੇ, ਬਾਕੀ ਸਾਨੂੰ ਦਿੰਦੇ ਨੇ ਉਹ 50 ਤੇ 60। ਮਤਲਬ ਕਿੰਨੇ ਕੁ ਮਨ ਦੁੱਧ ਰੋਜ਼ ਦਾ ਮਾਸ਼ਾਅੱਲਾ ਸੇਲ ਕਰ ਛੱਡਦੇ ਹੋ? ਦੁੱਧ ਸਾਡਾ ਸੇਲ ਹੋ ਜਾਂਦਾ ਹੈ, ਕਹਿ ਲਓ 200-250 ਲੀਟਰ ਰੋਜ਼ ਦਾ। ਉਹਦੇ ਵਿੱਚ ਇਹ ਵੇ ਦੁੱਧ ਦਾ ਅਗਰ ਅਸੀਂ ਲਵੀਏ ਦੁੱਧ ਸਾਡਾ ਸੇਲ ਹੋ ਰਿਹਾ ਹੈ ਤਾਂ ਸਾਡਾ ਖਰਚਾ ਪੂਰਾ ਹੋ ਰਿਹਾ, ਉਹ ਗੱਲ ਨਹੀਂ ਹੈ। ਦੁੱਧ ਦਾ ਰੇਟ ਬੜਾ ਘੱਟ ਹੈ, ਦੁੱਧ ਦਾ ਰੇਟ ਬਹੁਤ ਘੱਟ ਹੈ, ਕਿਉਂ ਜੇ ਜਦੋਂ ਵੀ ਇਹ ਹੀ ਅੱਲਾ ਦਾ ਸ਼ੁਕਰ ਹੈ ਜਾਨਵਰ ਨਾਲ ਸਿੱਧ ਹੈ, ਉਹ ਜਾਨਵਰ ਅਸੀਂ ਸਾਲ ਪਿੱਛੋਂ 10 ਵੇਚੀਏ 5 ਵੇਚੀਏ, ਉਹ ਸਾਡੇ 10 ਲੱਖ ਦੇ ਵਿਕ ਜਾਣ 20 ਲੱਖ ਦੇ ਵਿਕ ਜਾਣ, ਉਹ ਕਹਿ ਲਓ ਸਾਨੂੰ ਪ੍ਰੋਫਿਟ ਹੈ। ਜਿਹੜਾ ਦੁੱਧ ਹੈ ਉਹ ਮਾਰ ਕੇ ਸਾਡਾ ਖਰਚਾ ਵੀ ਮੇਨਟੇਨ ਨਹੀਂ ਹੁੰਦਾ। ਤੇ ਬਜ਼ੁਰਗੋ ਦੁੱਧ ਕਿਸੇ ਕੰਪਨੀ ਨੂੰ ਦਿੰਦੇ ਹੋ ਜਾਂ ਕਿਸੇ ਦੋਧੀ ਨੂੰ ਦਿੰਦੇ ਹੋ? ਦੁੱਧ ਜੀ ਅਸੀਂ ਨੈਸਲੇ ਵਾਲਿਆਂ ਨੂੰ ਦੇ ਰਹੇ ਹਾਂ, ਸ਼ੁਰੂ ਤੋਂ ਜਦੋਂ ਦਾ ਫਾਰਮ ਬਣਾਇਆ ਹੈ ਉਹਨਾਂ ਨਾਲ ਹੀ ਅਸੀਂ ਚੱਲਦੇ ਪਏ ਹਾਂ, ਉਹਨਾਂ ਦਾ ਹੀ ਰੇਟ ਹੈ ਸਾਡੇ ਨਾਲ। ਉਹ ਸ਼ੁਕਰ ਅਲਹਮਦੁਲਿਲਾ ਜਦੋਂ ਦੀਆਂ ਅਸਾਂ ਮੱਝਾਂ ਪਾਈਆਂ ਨੇ ਵਿੱਚ, ਉਦੋਂ ਦਾ ਕੋਈ ਦੁੱਧ ਸਾਡਾ ਕਹਿ ਲਓ 200 ਲੀਟਰ ਹੈ ਤਾਂ ਉਹਦੇ ਮਗਰ 20 ਲੀਟਰ ਵੱਧ ਜਾਂਦਾ। ਕਿਉਂ ਵੱਧ ਜਾਂਦਾ ਹੈ? ਫੈਟ LR ਉਹਦੀ ਅੱਛੀ ਆਵੇ ਤੇ ਫਿਰ ਉਹ ਦੁੱਧ ਵੱਧ ਜਾਂਦਾ ਹੈ। ਉਹ ਪੈਸੇ ਉੱਤੇ ਸਾਡੇ ਐਡਜਸਟ ਹੋ ਕੇ ਉਹ ਸਾਡਾ ਰੇਟ ਕੋ ਬਣ ਗਿਆ, ਕਦੀ 50, 55, 60 ਇਸ ਤੋਂ ਉੱਤੇ ਰੇਟ। ਉਹ ਦੁੱਧ ਮਿਕਸ ਫਿਰ ਸੇਲ ਕਰਦੇ ਹੋ? ਜੀ, ਦੁੱਧ ਮਿਕਸ ਹੈ। ਉਹ ਚਿੱਲਰ ਤੁਸੀਂ ਕੰਪਨੀ ਲਾ ਕੇ ਦਿੱਤਾ ਜਾਂ ਚਿੱਲਰ ਆਪੇ ਰੱਖਿਆ ਦਾ ਤੁਸੀਂ? ਚਿੱਲਰ ਸਰ ਕੰਪਨੀ ਲਾ ਕੇ ਦਿੱਤਾ ਹੈ, ਜਨਰੇਟਰ ਸਾਨੂੰ ਕੰਪਨੀ ਦਿੱਤਾ ਹੈ। ਕੰਪਨੀ ਪੈਸੇ ਵੀ ਦਿੰਦੀ ਹੈ, ਅੱਛਾ, ਗਾਵਾਂ ਲੈਣ ਵਾਸਤੇ ਮੱਝਾਂ ਲੈਣ ਵਾਸਤੇ, ਉਹਦੇ ਵਿੱਚੋਂ ਪੈਸਿਆਂ ਦੀ ਕਟੌਤੀ ਕਰਦੀ ਹੈ। ਸ਼ੁਕਰ ਅਲਹਮਦੁਲਿਲਾ ਮਾਲਕ ਦਾ ਕਰਮ ਹੈ, ਸਾਡੀ ਤਾਂ ਕੋਈ ਬਾਦਰੀ ਨਹੀਂ, ਅਸਾਂ ਆਪਣਾ ਇਹ ਖੁਦ ਹੀ ਤਿਆਰ ਕੀਤਾ ਸਭ ਕੁਝ। ਉਹਨਾਂ ਸਿਰਫ ਆਪਣੇ ਲਾਲਚ ਨੂੰ ਦੁੱਧ ਲੈਣ ਨੂੰ ਸਾਨੂੰ ਚਿੱਲਰ ਔਰ ਜਨਰੇਟਰ ਦਿੱਤਾ। ਬਜ਼ੁਰਗੋ ਦੁਨੀਆ ਭਰ ਤੋਂ ਸਾਰੇ ਪਾਕਿਸਤਾਨ ਤੋਂ ਲੋਕ ਤੁਹਾਨੂੰ ਵੇਖਦੇ ਪਏ ਨੇ, ਉਹ ਡੇਅਰੀ ਫਾਰਮਿੰਗ ਕਰਨਾ ਚਾਹੁੰਦੇ ਨੇ। ਤੁਸੀਂ ਇਸ ਕਾਰੋਬਾਰ ਦੇ ਹਵਾਲੇ ਨਾਲ ਉਹਨਾਂ ਨੂੰ ਮਸ਼ਵਰਾ ਮਤ ਕੀ ਦੇਣਾ ਪਸੰਦ ਕਰੋਗੇ? ਅਸੀਂ ਉਹਨਾਂ ਨੂੰ ਮਸ਼ਵਰਾ ਮਤ ਇਹ ਹੀ ਦੇਣਾ ਪਸੰਦ ਕਰਾਂਗੇ, ਅਗਰ ਕਿਸੇ ਵੀ ਫਾਰਮ ਬਣਾਉਣਾ है, गाँव का कंट्रोल शेड बनाया है तो अच्छी बात है, अगर कंट्रोल नहीं बना सकता तो फिर मिक्स बनाए। जी बुजुर्गो, बहुत अच्छी मालूमात नाल तुसां आगाह कीता है, तुहाडी वाह वाह सारी मेहरबानी, जज़ाकल्लाह। अस्सलाम वालेकुम।